हमेशा राजेवाल साहब ਨੂੰ ਸਤਿਕਾਰਯੋਗ ਕਿਹਾ, ਬਜ਼ੁਰਗ ਕਿਹਾ। ਉਹਨਾਂ ਨੇ ਪਹਿਲੀ ਗੱਲ ਕਹੀ ਵੀ ਅਸੀਂ ਕੇਪੀ ਸਾਹਿਬ ਦੇ ਨਾਲ ਪਕੌੜੇ ਖਾਧੇ ਆ, ਤੇ ਫਿਰ ਇਹ 'ਚ ਮੈਂ ਵੀ ਇਹੀ ਕਿਹਾ ਪਕੌੜੇ ਖਾਧੇ ਆ। ਮੈਂ ਤਾਂ ਇਹੀ ਕਹਿ ਰਿਹਾ ਵੀ ਤੁਸੀਂ ਪੰਜਾਬ ਦੇ ਵਿੱਚ ਸਾਰੇ ਇਕੱਠੇ, ਆਪਾਂ ਉਰੇ ਆ ਕੇ ਦਿੱਲੀ ਤੁਹਾਨੂੰ ਕੀ ਹੋ ਗਿਆ, ਕਿਉਂ ਤੁਸੀਂ ਵੰਡਣ ਲੱਗ ਗਏ? ਅਸੀਂ ਬਿਲਕੁਲ ਬੀਜੇਪੀ ਵਾਲੇ ਨਹੀਂ ਵੀ ਜੇ ਤੁਸੀਂ ਸੋਚੋਗੇ ਵੀ ਸਾਡੇ ਘਰ ਦੇ ਬਾਹਰ ਤੁਸੀਂ ਧਰਨਾ ਲਾ ਕੇ ਬਹਿ ਜਾਓਗੇ, ਮੈਂ ਆਪ ਤੁਹਾਡੇ ਘਰ ਦੇ ਬਾਹਰ ਵੀ ਧਰਨਾ ਲਾਉਂਗਾ। ਮੇਰੇ ਕੋਲ ਵੀ ਉਨੇ ਹੀ ਵਰਕਰ ਨੇ। ਸਾਡਾ ਪਿੰਡ 'ਚ ਜੇ ਤੁਸੀਂ ਕਿਸੇ ਬਾਈਕਾਟ ਕਰਨ ਦੀ ਕੋਈ ਗੱਲ ਕਹੋਗੇ ਤੇ ਅਸੀਂ ਤੁਹਾਡਾ ਪਿੰਡਾਂ 'ਚ ਵੜਨਾ ਬੰਦ ਕਰਾਂਗੇ, ਤੇ ਅਸੀਂ ਤੁਹਾਡਾ ਪਿੰਡਾਂ 'ਚ ਵੜਨਾ ਬੰਦ ਕਰਾਂਗੇ, ਤੇ ਅਸੀਂ ਤੁਹਾਡਾ ਪਿੰਡਾਂ 'ਚ ਵੜਨਾ ਬੰਦ ਕਰਾਂਗੇ ਜਿਹੜੇ ਤੁਸੀਂ ਲੀਡਰ ਹੋ। ਤੁਹਾਡੇ ਤੇ ਬੀਜੇਪੀ 'ਚ ਅੰਤਰ ਨਹੀਂਗਾ ਕੋਈ, ਇੱਕੋ ਜਿਹੇ ਹੋ ਤੁਸੀਂ ਲੀਡਰ। ਜੇ ਕੋਈ ਲੱਖਾ ਸਿਧਾਣਾ ਇੱਕ ਉਹ ਕਹਿੰਦੇ ਸੀਗੇ ਨੌਜਵਾਨ ਵੀ ਇਹਨੂੰ ਬੋਲਣ ਦੇ ਦਿਓ ਜਾਂ ਇਹਨੂੰ ਮੀਟਿੰਗ 'ਚ ਨਾਲ ਲੈ ਜਾਓ, ਤੇ ਤੁਹਾਡਾ ਕੀ ਘਸਦਾ ਸੀ? ਤੁਸੀਂ ਵੀ ਤਾਂ ਤਾਨਾਸ਼ਾਹ ਹੋ ਨਾ। ਦੇਖੋ, ਮੈਂ ਕਦੇ ਵੀ ਕੋਈ ਗੱਲ ਜਦੋਂ ਗੰਭੀਰ ਹੋਵੇ ਤਾਂ ਉਹਨੂੰ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ। ਮੈਂ ਹਮੇਸ਼ਾ ਰਾਜੇਵਾਲ ਸਾਹਿਬ ਨੂੰ ਸਤਿਕਾਰਯੋਗ ਕਿਹਾ, ਬਜ਼ੁਰਗ ਕਿਹਾ। ਹੁਣ ਜਿਹੜੀਆਂ ਉਹਨਾਂ ਨੇ 2-3 ਗੱਲਾਂ ਕੀਤੀਆਂ, ਮੇਰਾ ਫਰਜ਼ ਬਣਦਾ ਤੁਸੀਂ ਆ ਗਏ ਹੋ ਜਵਾਬ ਦੇਣ ਦਾ। ਉਹਨਾਂ ਨੇ ਪਹਿਲੀ ਗੱਲ ਕਹੀ ਵੀ ਅਸੀਂ ਕੇਪੀ ਸਾਹਿਬ ਦੇ ਨਾਲ ਪਕੌੜੇ ਖਾਧੇ ਆ, ਤੇ ਫਿਰ ਇਹ 'ਚ ਮੈਂ ਵੀ ਇਹੀ ਕਿਹਾ ਪਕੌੜੇ ਖਾਧੇ ਆ, ਤੇ ਫਿਰ ਇਹ 'ਚ ਕੀ ਗੱਲ ਹੋ ਗਈ? ਮੈਂ ਤਾਂ ਇਹ ਦੱਸਣਾ ਚਾਹੁੰਦਾ ਸੀ ਸਿਰਫ ਵੀ ਆਪਾਂ ਪੰਜਾਬੀ ਹਾਂ, ਆਪਾਂ ਇੱਕ ਦੂਜੇ ਨਾਲ ਰੋਜ਼ ਮਿਲਦੇ ਹਾਂ, ਰੋਜ਼ ਬਹਿਨੇ ਆ, ਵੀ ਸਟੇਜ ਤੇ ਜਾ ਕੇ ਵੀ ਆਪਾਂ ਨੂੰ ਫਿਰ ਪਕੌੜੇ ਖਾਣ ਵਾਲੀ ਗੱਲ ਤੋਂ ਮੁੱਕਰਨਾ ਨਹੀਂ ਚਾਹੀਦਾ। ਸਟੇਜ ਤੇ ਆਪਾਂ ਇੱਕ ਦੂਜੇ ਨੂੰ ਕਿਉਂ। ਦੂਜੀ ਗੱਲ ਉਹਨਾਂ ਨੇ ਭੋਗ ਤੇ ਕਹੀ, ਬਹੁਤ ਸਤਿਕਾਰਯੋਗ। ਮੈਂ ਜਿਨ੍ਹਾਂ ਦੇ ਮਾਤਾ ਜੀ ਦਾ ਭੋਗ ਸੀ, ਕਿਉਂਕਿ ਉਹ ਵੀ ਜਿਹੜੇ 40 ਲੀਡਰ ਮਿਲਣ ਜਾਂਦੇ ਆ ਇਹਨਾਂ ਨੂੰ, ਮੰਤਰੀਆਂ ਨੂੰ, ਉਹਦੇ ਵਿੱਚ ਉਹ ਵੀ ਜਾਂਦੇ ਆ, ਸਤਿਕਾਰਯੋਗ ਨੇ। ਉਹਨਾਂ ਦੇ ਮਦਰ ਦਾ ਭੋਗ ਸੀ, ਸਾਨੂੰ ਵੀ ਓਨਾ ਹੀ ਅਫਸੋਸ ਆ ਜਿੰਨਾ ਰਾਜੇਵਾਲ ਸਾਹਿਬ ਉਹਨਾਂ ਨੂੰ। ਪਰ ਮੈਂ ਇਹੀ ਕਹਿੰਦਾ ਸੀ ਵੀ ਇਹ ਤਾਣਾ ਬਾਣਾ ਸਾਡਾ ਇਸ ਤਰੀਕੇ ਦਾ ਏ ਵੀ ਅਸੀਂ ਰੋਜ਼ ਦੁੱਖ ਸੁੱਖ 'ਚ ਇੱਕ ਦੂਜੇ ਨਾਲ ਇਕੱਠੇ ਹੋਣਾ, ਰੋਜ਼ ਅਸੀਂ ਪੰਜਾਬ ਦੇ ਵਿੱਚ ਪਿੰਡਾਂ 'ਚ ਇਕੱਠੇ ਹੋਣਾ। ਜੇ ਕੋਈ ਇਹਨਾਂ ਦਾ ਵਰਕਰ ਆ ਥੱਲੇ, ਕੋਈ ਰਾਜੇਵਾਲ ਸਾਹਿਬ ਦਾ ਜਾਂ ਹੋਰ ਕਿਸੇ ਵੀ, ਉਹ ਕਿਸੇ ਪਿੰਡ 'ਚ ਤਾਂ ਰਹਿੰਦਾ ਨਾ, ਉੱਥੇ ਕਾਂਗਰਸੀ ਵੀ ਰਹਿੰਦੇ ਆ, ਉੱਥੇ ਅਕਾਲੀ ਦਲ ਵਾਲੇ ਵੀ ਰਹਿੰਦੇ ਆ, ਤੇ ਸਾਰਿਆਂ ਨੇ ਇਕੱਠੇ ਹੋਣਾ ਹੀ ਆ। ਰੋਜ਼ ਸ਼ਾਮ ਨੂੰ ਸਵੇਰੇ ਇੱਕ ਦੂਜੇ ਨੂੰ ਮਿਲਣਾ ਹੈ, ਇੱਕ ਦੂਜੇ ਨੂੰ ਵਿਆਹਾਂ ਦੇ ਕਾਰਡ ਦੇਣੇ ਆ, ਇੱਕ ਦੂਜੇ ਨੂੰ ਕੋਈ ਦੁੱਖ ਸੁੱਖ ਤਾਂ ਉਹ ਵੰਡਣ ਜਾਣਾ ਹੈ। ਮੈਂ ਤਾਂ ਇਹੀ ਕਹਿ ਰਿਹਾ ਵੀ ਤੁਸੀਂ ਪੰਜਾਬ ਦੇ ਵਿੱਚ ਸਾਰੇ ਇਕੱਠੇ, ਆਪਾਂ ਉਰੇ ਆ ਕੇ ਦਿੱਲੀ ਤੁਹਾਨੂੰ ਕੀ ਹੋ ਗਿਆ, ਕਿਉਂ ਤੁਸੀਂ ਵੰਡਣ ਲੱਗ ਗਏ? ਮੈਂ ਇਹ ਵੀ ਕਿਹਾ ਬਾਰ-ਬਾਰ, ਮੈਂ ਨਾਂ ਲੈ ਕੇ ਕਿਹਾ ਵੀ ਯੂਪੀ ਜਾਂ ਬਿਹਾਰ ਤੋਂ ਕੋਈ ਆ ਜੇ, ਤੁਹਾਨੂੰ ਉਹਦਾ ਨਹੀਂ ਪਤਾ ਕੀ ਆ ਉਹ। ਅਸੀਂ ਕਈ ਵਾਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਕਈ ਬੰਦੇ ਅਸੀਂ ਭੇਜ ਕੇ ਦੇਖੇ ਵੀ ਦੇਖੋ ਤਾਂ ਸੀ ਵੀ ਇਹ ਬਹੁਤ ਵੱਡਾ ਕਾਂਗਰਸੀ ਆ, ਇਹ ਬਹੁਤ ਵੱਡਾ ਕੋਈ ਹੋਰ ਪਾਰਟੀ ਦਾ ਹੈ। ਜਦੋਂ ਉਹਨੇ ਜਾ ਕੇ ਉੱਥੇ ਭੇਜਿਆ, ਅਸੀਂ ਨਾਂ ਲਿਖਾਇਆ, ਤੇ ਮਿੰਟ 'ਚ ਤੁਸੀਂ ਪੱਪੂ ਜੈਸਵਾਲ ਦੀ ਗੱਲ ਮੈਂ ਹੁਣ ਰਿਕਾਰਡ ਕਹਿਣਾ ਨਾਂ ਲੈ ਕੇ, ਇਹੋ ਜਿਹੇ 100 ਬੰਦੇ ਆ ਜਿਹੜੇ ਤੁਸੀਂ ਪਿਛਲੇ ਦਿਨਾਂ 'ਚ ਉਹ ਬੁਲਾਏ ਸਟੇਜਾਂ ਤੇ ਤੁਸੀਂ ਉਹਨਾਂ ਦੀਆਂ ਭਾਸ਼ਣਾਂ ਤੇ ਉਹਨਾਂ ਦੇ ਤੁਸੀਂ ਜਕਾਰੇ ਵੀ ਛੱਡਦੇ ਰਹੇ, ਉਹਨਾਂ ਦੇ ਤਾੜੀਆਂ ਵੀ ਮਾਰਦੇ ਰਹੇ। ਤੇ ਮੈਂ ਇੱਕ ਗੱਲ ਕਹਿਣਾ ਵੀ ਪੰਜਾਬੀ ਕਿਉਂ ਦੁਸ਼ਮਣ ਹੋ ਗਿਆ ਤੁਹਾਡਾ ਉਰੇ ਆ ਕੇ? ਹੁਣ ਦੂਜੀ ਗੱਲ, ਤੁਸੀਂ ਰਾਜੇਵਾਲ ਸਾਹਿਬ ਮੇਰੀ ਗੱਲ ਕੀਤੀ ਤਜਰਬੇ ਦੀ ਜਾਂ ਕਿਸਾਨਾਂ ਲਈ। ਜਦੋਂ ਮੇਰੀ ਉਮਰ 45 ਸਾਲ ਆ, ਤੁਹਾਡੀ ਪ੍ਰਮਾਤਮਾ ਦੀ ਮੇਰੇ ਨਾਲ 75 ਸਾਲ ਆ, ਤੇ ਮੈਂ ਹਜੇ 75 ਸਾਲ ਦੀ ਉਮਰ ਦੇ ਬੰਦੇ ਦਾ ਮੁਕਾਬਲਾ ਕਿਵੇਂ ਕਰੂੰਗਾ? ਮੈਂ ਤਾਂ 45 ਸਾਲ ਦੀ ਉਮਰ 'ਚ 75 ਦਾ ਕਿਵੇਂ ਮੁਕਾਬਲਾ ਕਰ ਸਕਦਾ? ਤੇ ਜੋ ਅੱਜ ਮੈਂ ਕਰ ਸਕਿਆ ਕਿਸਾਨਾਂ ਲਈ, ਚਾਹੇ ਮੈਂ ਜੇਲ੍ਹਾਂ 'ਚ ਗਿਆ, ਚਾਹੇ ਮੇਰੇ ਤੇ ਕੇਸ ਦਰਜ ਹੋਏ, ਚਾਹੇ ਮੈਂ ਉਹ ਤੁਹਾਡੇ ਲਈ ਨਹੀਂ ਬੈਠਾ। ਮੈਂ ਕਿਸਾਨ ਆ, ਮੈਂ ਕਿਸਾਨਾਂ ਲਈ ਬੈਠਾ। ਮੈਂ 90 ਦਿਨ ਹੋ ਗਏ, ਜੇ ਤੁਹਾਨੂੰ 100 ਦਿਨ ਹੋਏ ਆ, ਅੱਜ ਤੁਸੀਂ 100ਵਾਂ ਦਿਨ ਅੱਜ ਤੁਸੀਂ ਮਨਾ ਰਹੇ ਸੀ ਜਿਹੜਾ ਸੜਕਾਂ ਤੇ ਅਸੀਂ ਵੀ ਅੱਜ ਅਸੀਂ 10 ਦਿਨ ਘੱਟ ਆ, ਤੁਹਾਨੂੰ ਸਾਨੂੰ 90 ਦਿਨ ਹੋ ਗਏ ਬੈਠਿਆਂ ਨੂੰ। ਅਸੀਂ ਵੀ ਆਪਣੇ ਆਪ ਨੂੰ ਇਹ ਕਹਿੰਦੇ ਆ ਬੈਠੇ ਆ, ਤੁਹਾਨੂੰ ਅਸੀਂ ਥੋਤੋਂ ਕੋਈ ਇਨਾਮ ਨਹੀਂ ਲੈਣਾ। ਤੇ ਤੀਜੀ ਗੱਲ ਇੱਕ ਇਹਨਾਂ ਦੇ ਇੱਕ ਮੈਂ ਨਾਲ ਜੋੜ ਦੇਵਾਂ, ਅਸੀਂ ਬੀਜੇਪੀ ਵਾਲੇ ਨਹੀਂ ਗੇ। ਇਹ ਕੋਈ ਇਹਨੂੰ ਬਿਲਕੁਲ ਹੱਥ ਜੋੜ ਕੇ ਮੈਂ ਕਹਿਣਾ, ਕੋਈ ਧਮਕੀ ਨਹੀਂ, ਕੋਈ ਡਰਾ ਨਹੀਂ। ਫਿਰ ਮੀਡੀਆ ਵਾਲੇ ਕਈ ਬਣਾਉਂਦੇ ਆ ਬਿੱਟੂ ਵੱਲੋਂ ਧਮਕੀ, ਅਸੀਂ ਬਿਲਕੁਲ ਬੀਜੇਪੀ ਵਾਲੇ ਨਹੀਂ ਗੇ। ਵੀ ਜੇ ਤੁਸੀਂ ਸੋਚੋਗੇ ਵੀ ਸਾਡੇ ਘਰ ਦੇ ਬਾਹਰ ਤੁਸੀਂ ਧਰਨਾ ਲਾ ਕੇ ਬਹਿ ਜਾਓਗੇ, ਮੈਂ ਆਪ ਤੁਹਾਡੇ ਘਰ ਦੇ ਬਾਹਰ ਵੀ ਧਰਨਾ ਲਾਉਂਗਾ। ਮੇਰੇ ਕੋਲ ਵੀ ਉਨੇ ਹੀ ਵਰਕਰ ਨੇ। ਸਾਡਾ ਪਿੰਡ 'ਚ ਜੇ ਤੁਸੀਂ ਕਿਸੇ ਬਾਈਕਾਟ ਕਰਨ ਦੀ ਕੋਈ ਗੱਲ ਕਹੋਗੇ ਤੇ ਅਸੀਂ ਤੁਹਾਡਾ ਪਿੰਡਾਂ 'ਚ ਵੜਨਾ ਬੰਦ ਕਰਾਂਗੇ ਜਿਹੜੇ ਤੁਸੀਂ ਲੀਡਰ ਹੋ। ਇਹ ਨਾ ਸੋਚੋ ਵੀ ਤੁਸੀਂ ਉਹ ਮਾਈ ਵੇ ਜਾਂ ਇਹ ਨਹੀਂ ਹੋਣਾ ਵੀ ਮੇਰੀ ਉਹ ਚੱਲੂਗੀ।
ਤੁਸੀਂ ਇਹ ਗੱਲਾਂ 'ਚ ਵੰਡਣ ਦੀ ਕੋਸ਼ਿਸ਼ ਨਾ ਕਰੋ ਕਿਸੇ ਨੂੰ, ਉਹ ਹੋਰ ਹੋਣਾ ਕੋਈ। ਉੱਥੇ ਤਾਂ ਮੈਂ ਇਕੱਲਾ ਸੀ। ਤੁਸੀਂ ਇੱਕ ਗੱਲ ਹੋਰ ਕਹੀ, ਤੁਸੀਂ ਇਹ ਗੱਲ ਕਹੀ ਵੀ ਪਾਰਲੀਮੈਂਟ ਦੇ ਵਿੱਚ ਜਦੋਂ ਸੀਗੇ, ਇਕੱਲਾ ਬੰਦਾ ਕੌਣ ਬੋਲਿਆ ਪਾਰਲੀਮੈਂਟ 'ਚ? ਸਭ ਨੂੰ ਪਤਾ ਹੈ। ਸਭ ਤੋਂ ਪਹਿਲਾਂ ਮੈਂ ਬੋਲਿਆ, ਉਹ ਕੀ ਬੋਲਿਆ ਉਹ ਵੀ ਪਤਾ ਤੁਹਾਨੂੰ। ਤੁਸੀਂ ਜੋ 24 ਤਰੀਕ ਨੂੰ ਜਦੋਂ ਅਸੀਂ ਇਕੱਲੇ ਆ ਗਏ, ਤੁਹਾਡੇ ਤੇ ਬੀਜੇਪੀ 'ਚ ਅੰਤਰ ਨਹੀਂ ਗਾ ਕੋਈ, ਇੱਕੋ ਜਿਹੇ ਹੋ ਤੁਸੀਂ ਲੀਡਰ। ਉਹ ਮੈਂ ਕਿਉਂ ਕਹਿ ਰਿਹਾ, ਉਹ ਵੀ ਕਿਸ ਦੀ ਸੁਣਦੇ ਨਹੀਂ ਤੇ ਤੁਸੀਂ ਵੀ 40 ਕਿਸ ਦੀ ਸੁਣਦੇ ਨਹੀਂ। ਅੱਜ ਜਿਹੜਾ ਇਕੱਠ ਸੀ, ਉਹ ਨੌਜਵਾਨ ਤਾਂ ਗਾਇਬ ਸੀ ਅੱਜ KMP ਸੜਕ ਤੋਂ। ਕਿਉਂ ਸੀ? ਤੁਸੀਂ ਕਦੇ, ਜੇ ਤੁਸੀਂ ਮੇਰੀ ਗੱਲ, ਤੁਸੀਂ ਤੁਹਾਡੇ ਅਮਿਤ ਸ਼ਾਹ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਗਾ। ਤੁਹਾਨੂੰ ਵੀ ਜੇ ਕੋਈ ਲੱਖਾ ਸਿਧਾਣਾ, ਇੱਕ ਉਹ ਕਹਿੰਦੇ ਸੀਗੇ ਨੌਜਵਾਨ ਵੀ ਇਹਨੂੰ ਬੋਲਣ ਦੇ ਦਿਓ ਜਾਂ ਇਹਨੂੰ ਮੀਟਿੰਗ 'ਚ ਨਾਲ ਲੈ ਜਾਓ, ਤੇ ਤੁਹਾਡਾ ਕੀ ਘਸਦਾ ਸੀ? ਤੁਸੀਂ ਵੀ ਤਾਂ ਤਾਨਾਸ਼ਾਹ ਹੋ ਨਾ। ਤੁਸੀਂ ਵੀ ਤਾਂ ਅੱਜ ਉਹੀ ਰੁਪਈਆ ਉਤਾਰ ਰਹੇ ਹੋ। ਅਸੀਂ ਉੱਥੇ ਘੱਟ ਸੀਗੇ, ਅਸੀਂ 40 ਬੰਦੇ ਸੀ ਤੇ ਦੂਜੇ ਪਾਸੇ 400 ਸੀ। ਤੁਸੀਂ ਤਾਂ ਸਮਝਦਾਰ ਹੋ ਨਾ। ਅਸੀਂ ਤਾਂ ਨਾਰੇ ਬਥੇਰੇ ਮਾਰੇ, ਨਾਰਿਆਂ ਨਾਲ 40 ਬੰਦੇ ਕੀ ਕਰ ਲੈਣਗੇ? ਨਾਰਿਆਂ ਨਾਲ ਮਾਰਸ਼ਲ ਚੱਕ ਕੇ ਬਾਹਰ ਸਿੱਟ ਦੇਣਗੇ। ਸਪੀਕਰ ਇਹ ਫੈਸਲਾ ਕਰ ਦੂਗਾ ਵੀ ਇਹਨਾਂ ਨੂੰ ਬਾਹਰ ਕੱਢ ਦਿਓ। ਤੁਸੀਂ ਤਾਂ ਜਾਣਦੇ ਹੋ ਇਹ ਚੀਜ਼ਾਂ, ਸਿਆਣੇ ਬੰਦੇ ਹੋ ਵੀ ਜੇ ਇੱਕ ਪਾਸੇ 400 ਬੰਦਾ ਹੈ ਤੇ ਅਸੀਂ ਕੁੱਲ 40 ਆ, ਤੇ 400 ਬੰਦੇ ਦੀ ਜਿੱਤ ਹੋਣੀ ਆ। ਡੈਮੋਕ੍ਰੇਸੀ 'ਚ, ਲੋਕਤੰਤਰ 'ਚ ਅਸੀਂ ਉੱਥੇ ਧੱਕੇ ਮੁੱਕੀ ਨਾਲ ਰੋਕ ਸਕਦੇ ਸੀ? ਦੱਸੋ ਤਾਂ ਸਹੀ ਨਾ। ਅਸੀਂ ਤਾਂ ਬੋਲ ਕੇ, ਅਸੀਂ ਆਪਣੀ ਜਿੰਨੀ ਸਾਡੇ ਕੋਲ ਕੈਪੈਸਿਟੀ ਸੀ ਉਹਨਾਂ ਅਸੀਂ ਜ਼ੋਰ ਲਾ ਸਕਦੇ ਸੀ, ਅਸੀਂ ਲਾਇਆ। ਤੇ ਤੁਸੀਂ ਇਹ ਗੱਲ ਜਾਣਦੇ ਹੋ ਵੀ ਵਿਧਾਨ ਸਭਾ 'ਚ ਪੰਜਾਬ 'ਚ ਮੈਜੋਰਿਟੀ ਆਪਣੀ ਆ, ਤੇ ਉੱਥੇ ਆਪਾਂ ਬਿੱਲ ਪਾਸ ਕਰ ਲਏ। ਉੱਥੇ ਬੀਜੇਪੀ ਦੇ 2 ਨੇ, ਉਹ ਜਿੰਨਾ ਮਰਜ਼ੀ ਰੌਲਾ ਪਾਈ ਗਏ, ਚੰਗਾ ਕਹੀ ਗਏ ਬਿੱਲਾਂ ਨੂੰ, ਆਪਾਂ ਬਿੱਲ ਰੱਦ ਕੀਤੇ ਨਾ ਪੰਜਾਬ 'ਚ। ਉਹ 2 ਸੀਗੇ, ਆਪਣੀ ਮੈਜੋਰਿਟੀ ਸੀ। ਆਪਾਂ ਅਕਾਲੀ ਦਲ, ਆਮ ਆਦਮੀ, ਕਾਂਗਰਸ ਇਕੱਠੇ ਹੋ ਗਏ ਤੇ ਆਪਾਂ ਦੋਵਾਂ ਦੀ ਕੋਈ ਪਰਵਾਹ ਨਹੀਂ ਕੀਤੀ। ਉਵੇਂ ਹੀ ਪਾਰਲੀਮੈਂਟ ਦੇ ਵਿੱਚ ਜਦੋਂ ਉਹ 400 ਬੈਠੇ ਆ, ਅਸੀਂ 40 ਮੂਹਰੇ ਆ, ਤੇ ਉਹ ਜਿੱਤ ਕਿਹਦੀ ਹੋਣੀ ਆ? ਉਹਨਾਂ ਦੀ ਹੋਣੀ ਆ। ਤੁਸੀਂ ਕਹਿੰਦੇ ਨਾਅਰੇ ਲਾਈ ਨੇ, ਤੁਹਾਨੂੰ ਕੀ ਪਤਾ ਵੀ ਅਸੀਂ ਕਿੰਨੇ ਨਾਅਰੇ ਲਾਏ ਆ ਜਾਂ ਕੀ ਕੀਤਾ ਹੈ? ਪਰ ਨਾਅਰਿਆਂ ਨਾਲ ਗੱਲ ਨਹੀਂ ਬਣਦੀ, ਕੁੱਟਮਾਰ ਨਾਲ ਗੱਲ ਨਹੀਂ ਬਣਦੀ, ਨੰਬਰ ਨਾਲ ਗੱਲ ਬਣਦੀ ਹੈ। ਨੰਬਰ ਨਾਲ ਉਹਨਾਂ ਕੋਲ 400 ਨੇ ਤਾਂ ਉਹ ਬਿੱਲ ਪਾਸ ਕਰ ਗਏ। ਅਸੀਂ 40 ਸੀ, ਅਸੀਂ ਜੇ ਵੋਟ ਪਾਉਂਦੇ ਨਾ ਰਹਿੰਦੇ, ਇੱਕ ਬਾਈਕਾਟ ਦੀ ਗੱਲ ਕਰਦੇ ਹੋ, ਜੇ ਬਾਈਕਾਟ ਨਾ ਕਰਦੇ ਤਾਂ 40 ਵੋਟਾਂ ਰਹਿ ਜਾਣੇ। ਅਸੀਂ ਇੱਕ ਪਾਸੇ ਇਹ ਦਿਖਾਉਂਦੇ ਵੀ ਇੱਕ ਪਾਸੇ ਕੁੱਲ 40 ਰਹਿ ਗਏ। ਅਸੀਂ ਤਾਂ ਆਪ ਨੂੰ ਬਚਾਉਣ ਲਈ ਵੀ ਲੋਕਾਂ ਦੇ ਮੂਹਰੇ ਇਹ ਜਿਹੜਾ ਬਿੱਲ ਹੈ ਪਾਸ ਹੋ ਜੇ, ਜੇ ਇਹ ਦਿਖਾਇਆ ਵੀ ਵਿਰੋਧ ਦੇ ਵਿੱਚ ਇਸ ਬਿੱਲ ਦੇ ਕੁੱਲ 40 ਨੇ ਤੇ ਦੂਜੇ ਪਾਸੇ 400 ਨੇ, ਇਸ ਸ਼ਰਮ ਦੇ ਮਾਰੇ ਆਪਣੇ ਆਪ ਨੂੰ ਬਚਾਉਣ ਲਈ ਕਿਸਾਨਾਂ ਨੂੰ ਅਸੀਂ ਵੋਟਿੰਗ ਨਹੀਂ ਕਰਾਈ। ਨਹੀਂ ਵੋਟਿੰਗ ਹੋ ਜਾਂਦੀ ਤਾਂ ਜਿਹੜਾ ਉਹ ਅੰਕੜੇ ਮੂਹਰੇ ਹੀ ਸੀਗੇ। ਤੁਸੀਂ ਇਸ ਕਰਕੇ ਇੱਕ ਤਾਂ ਇਹ ਧਮਕੀਆਂ ਦੇਣੀਆਂ ਬੰਦ ਕਰ ਦਿਓ ਵੀ ਅਸੀਂ ਸਮਾਜਿਕ ਬਾਈਕਾਟ, ਅਸੀਂ ਤੁਹਾਡੇ ਧਰਨੇ ਦੇਵਾਂਗੇ, ਅਸੀਂ ਮੁਜ਼ਾਹਰੇ ਕਰਾਂਗੇ। ਸਾਰੇ ਹੀ ਜਾਣਦੇ ਆ, ਸਾਰੇ ਹੀ ਪੰਜਾਬੀ ਨੇ। ਜੇ ਤੁਸੀਂ ਮੇਰੇ ਘਰ ਦੇ ਬਾਹਰ ਦਓਗੇ ਤਾਂ ਮੈਂ ਤੁਹਾਡੇ ਘਰ ਦੇ ਬਾਹਰ ਬੈਠ ਜਾਣਦਾ, ਤੁਹਾਡੇ ਬੱਚਿਆਂ ਦੇ ਘਰਾਂ ਦੇ ਮੂਹਰੇ ਬਹਿਣ ਜਾਣਦਾ ਹੈ। ਜੇ ਸਾਡੇ ਬੱਚਿਆਂ ਨੂੰ ਤੁਸੀਂ ਤਕਲੀਫ ਦਓਗੇ, ਜੇ ਸਾਡੇ ਪਿੰਡ 'ਚ ਤੁਸੀਂ ਬਣਨਾ ਕਿਸੇ ਨੂੰ ਬੈਨ ਕਰੋਗੇ ਤਾਂ ਤੁਹਾਡਾ ਅਸੀਂ ਬੜਾ ਕਰਾਂਗੇ ਬੈਨ। ਕੋਈ ਬੰਦਿਆਂ ਦੀ ਕਮੀ ਨਹੀਂ ਕਿਸੇ ਕੋਲ, ਇੰਨੇ ਵੀ ਮਾੜੇ ਦਿਨ ਨਹੀਂ ਆਏ। ਇਸ ਕਰਕੇ ਸਿਰਫ ਉਰਿਓਂ ਸਭ ਨੇ ਪਿੰਡਾਂ 'ਚ ਜਾਣਾ, ਵਾਪਸ ਪਿੰਡਾਂ 'ਚ ਆਪਾਂ ਇਕੱਠੇ ਰਹਿਣਾ ਹੈ। ਤੁਸੀਂ ਜਿਹੜੀ ਇੱਕ ਉਮਰ ਦੀ ਗੱਲ ਕੀਤੀ, ਮੈਂ ਤੁਹਾਡੇ ਤੋਂ ਬਹੁਤ ਛੋਟਾ ਹਾਂ, ਤੇ ਜਿੱਦਣ ਤੁਹਾਡੀ ਉਮਰ ਪਰਮਾਤਮਾ ਜਦ ਦਊਗਾ ਤੇ ਫਿਰ ਆਪਾਂ ਕੰਪੇਅਰ ਕਰ ਲਾਂਗੇ, ਲੇਖਾ ਜੋਖਾ ਹੋ ਜਾਊਗਾ ਵੀ ਕਿਸਾਨੀ ਲਈ ਮੈਂ ਕਿੰਨਾ ਕੀਤਾ ਤੇ ਤੁਸੀਂ ਕਿੰਨਾ ਕੀਤਾ। ਇਸ ਕਰਕੇ ਰਾਜੇਵਾਲ ਸਾਹਿਬ, ਇਹੀ ਗੱਲਾਂ, ਮੈਂ ਸੱਚਾਈ ਤੋਂ ਪਰੇ ਨਾ ਹੋ, ਮੈਂ ਇਹੀ ਕਹਿਣਾ। ਤੇ ਫਿਰ ਮੈਂ ਹੋਰ ਅੰਕੜੇ ਇਕੱਠੇ ਕੀਤੇ ਸੀ ਵੀ ਤੁਸੀਂ ਆਮ ਆਦਮੀ ਪਾਰਟੀ, ਉਹ ਤਾਂ ਬਾਹਰਲੀ ਪਾਰਟੀ ਸੀ 2017 'ਚ, ਉਹ ਤਾਂ ਸਿਆਸੀ ਪਾਰਟੀ ਸੀ ਨਾ। ਆਪਾਂ ਮੰਚ ਤੇ ਖੜੇ ਸੀ ਨਾ, ਮੰਚ ਤੇ ਖੜ ਕੇ ਜਾਂ ਤਾਂ ਕਹਿ ਦਿਓ ਵੀ ਇਹ ਫੋਟੋ ਵੀ ਝੂਠ ਆ। ਤੁਸੀਂ ਆਮ ਆਦਮੀ ਪਾਰਟੀ ਦੀ ਇੱਕ ਬਾਹਰੋਂ ਆਈ ਹੋਈ ਦਿੱਲੀ ਦੀ ਪਾਰਟੀ, ਉਹਨਾਂ ਦੀ ਮਦਦ ਕੀਤੀ। ਤੇ ਅੱਜ ਵੀ ਕੇਜਰੀਵਾਲ, ਅਸੀਂ ਜਾਂਦੇ ਹਾਂ ਇੱਕ ਪੰਜਾਬੀ, ਤੀਜੀ ਜਗ੍ਹਾ ਗੁਰੂ ਨਾਨਕ, ਆਪਣੇ ਗੁਰੂ ਤੇਗ ਬਹਾਦਰ ਮੈਮੋਰੀਅਲ 'ਚ ਗਏ ਅਸੀਂ, ਤੀਜੀ ਜਗ੍ਹਾ ਇਕੱਲੇ ਗਏ। ਉੱਥੇ ਤੁਸੀਂ ਬੰਦੇ ਸਾਨੂੰ ਮਾਰਨ ਕੁੱਟਣ ਭੇਜੇ ਆ, ਤੁਸੀਂ ਤਾਂ ਉਹਦੀ ਨਿੰਦਿਆ ਨਹੀਂ ਕੀਤੀ। ਤੁਸੀਂ ਤਾਂ ਉਹਦੀ ਨਿੰਦਿਆ ਨਹੀਂ ਕੀਤੀ। ਜੇ ਮੈਂ ਚੰਗੀ ਗੱਲ ਕਰਦੇ ਹੋ ਤਾਂ ਮੈਂ ਤੁਹਾਡੇ ਨਾਲ ਚੰਗੀ ਕਰਦਾ ਹਾਂ, ਜੇ ਤੁਸੀਂ ਮਾੜੀ ਕਰਦੇ ਹੋ ਤਾਂ ਤੁਹਾਡੇ ਨਾਲ ਮਾੜੀ ਕਰਦੇ ਆ। ਜੇ 40 ਦੇ ਵਿੱਚ ਤੁਸੀਂ ਨੌਜਵਾਨ ਲੀਡਰਾਂ ਨੂੰ ਲੈ ਕੇ ਜਾਂਦੇ ਨਾ, 10 ਨੂੰ ਹੋਰ ਲੈ ਜਾਂਦੇ ਜਿਹੜੇ ਨੌਜਵਾਨ ਲੀਡਰ ਸੀ, ਸਿਆਣੇ ਬੁੱਧੀਜੀਵੀ ਸੀ, ਲੈ ਜਾਂਦੇ। ਪਰ ਤੁਹਾਨੂੰ ਇਹ ਸੀ ਵੀ ਸਾਡੀ ਸਿਆਣਪ ਕਿਤੇ ਥੱਲੇ ਨਾ ਲੱਗ ਜੇ, ਇਹਨਾਂ ਦੀ ਪੋਪੂਲੈਰਿਟੀ ਹੈ ਟੈਲੀਵਿਜ਼ਨਾਂ ਤੇ ਇਹ ਨਾ ਦਿਖਣ ਲੱਗ ਜਾਣ। ਤੁਸੀਂ ਇੱਕ ਨੂੰ ਨਹੀਂ ਬਾੜਿਆ 11 ਮੀਟਿੰਗਾਂ 'ਚ, ਤਾਂ ਫੇਲ ਹੋਏ। ਕਿਸੇ ਤੁਸੀਂ ਹੋਰ ਬੰਦੇ ਨੂੰ ਜਿਹੜਾ
ਇੱਥੇ ਨਾਲ ਤੁਹਾਡੇ ਲੱਗਿਆ ਮੋਢੇ ਨਾਲ ਮੋਢਾ, ਅੱਜ ਖੰਡਾ ਕੇ ਬਹਿ ਗਏ ਹੋ। ਅੱਜ ਕੋਈ ਨੌਜਵਾਨ ਨਹੀਂ ਗਾ। ਅੱਜ ਮੈਂ ਦੇਖ ਰਿਹਾ ਸਵੇਰ ਦੇ ਚੈਨਲਾਂ 'ਚ, ਪੰਜਾਬ ਦੇ ਚੈਨਲਾਂ 'ਤੇ ਵੀ ਕਿਤੇ ਵੀ 5 ਮਿੰਟ ਤੋਂ ਬਾਅਦ 10 ਮਿੰਟ ਤੋਂ ਬਾਅਦ ਕਵਰੇਜ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਤਾਕਤ ਨਹੀਂ ਰਹੀ। PTC ਮੈਂ ਸੁਣ ਰਿਹਾ, ਨਿਊਜ਼ 18 ਸੁਣ ਰਿਹਾ, ਜ਼ੀ ਸੁਣ ਰਿਹਾ, ਜਗਬਾਣੀ ਲਾਈਵ ਚੱਲ ਰਿਹਾ, ਸਪੋਕਸਮੈਨ ਚੱਲ ਰਿਹਾ, ਹੋਰ ਚੈਨਲ ਬਹੁਤ ਸਾਰੇ ਚੱਲ ਰਹੇ ਆ। ਕਿਤੇ ਵੀ 5 ਮਿੰਟ ਤੋਂ ਬਾਅਦ ਤੁਹਾਨੂੰ ਦਿਖਾਇਆ ਨਹੀਂ ਜਾ ਰਿਹਾ। ਕਿਉਂ? ਕਿਉਂਕਿ ਉਹ ਜਿਹੜੀ ਸ਼ਕਤੀ ਸੀ, ਉਹ ਤਿੱਖਾ ਸੰਘਰਸ਼ ਸੀਗਾ। ਤੇ ਹੋਰ ਗੱਲ ਸੁਣ ਲਓ, ਤੁਸੀਂ ਤੇ ਜੋਗਿੰਦਰ ਯਾਦਵ, ਉਹ ਵੀ ਆਮ ਆਦਮੀ ਪਾਰਟੀ ਦਾ, ਤੁਸੀਂ ਵੀ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ, ਆਮ ਆਦਮੀ ਪਾਰਟੀ ਦੇ ਹੋਏ। ਇਹ ਰਿਸ਼ਤਾ ਏ, ਤਾਂ ਇੱਕ ਦੂਜੇ ਨੂੰ ਤੁਸੀਂ ਮੂਹਰੇ ਕਰ ਖੇਡਦੇ ਹੋ, ਤੇ ਬਾਕੀ ਤੁਸੀਂ ਸਭ ਨੂੰ ਪਿੱਛੇ ਰੱਖਦੇ ਹੋ। ਤੇ 3 ਗੱਲਾਂ 4 ਜਿਹੜੀਆਂ ਤੁਸੀਂ ਕੀਤੀਆਂ ਸੀ, ਮੈਂ ਉਹਦਾ ਜਵਾਬ ਜਿਹੜਾ ਇਹ ਤੁਹਾਨੂੰ ਇਹ ਦਿੱਤਾ ਏ। ਤੇ ਤੁਸੀਂ ਇੱਕ ਗੱਲ ਹੋਰ ਸਪਸ਼ਟ ਸ਼ਬਦਾਂ ਮੈਂ ਇਹ ਤੁਹਾਡੇ ਨਾਲ ਜ਼ਰੂਰ ਕਹਿਣੀ ਚਾਹੁੰਦਾ, ਅਸੀਂ ਕਿਸਾਨਾਂ ਦੇ ਨਾਲ ਆ। ਦੇਖੋ, ਜਿੱਥੇ ਤੱਕ ਤੁਸੀਂ ਮੈਂ ਇੰਨਾ ਥੱਲੇ ਨਹੀਂ ਗਿਰ ਸਕਦਾ। ਮੈਂ ਤੁਹਾਡੇ ਇਸ ਉਮਰ 'ਚ ਤੁਹਾਡੇ ਦਿਮਾਗੀ ਸਲਤਨਤ ਬਾਰੇ, ਤੁਹਾਡੀ ਸਿਹਤ ਬਾਰੇ, ਤੁਸੀਂ ਕੀ ਕਰਦੇ ਹੋ ਕੀ ਨਹੀਂ, ਮੈਂ ਉਹ ਨਹੀਂ ਕਹਿ ਸਕਦਾ। ਮੇਰੇ ਕੋਲ ਉਹੋ ਜਿਹੇ ਲਫ਼ਜ਼ ਨਹੀਂ ਗੇ ਜਿਹੜੇ ਲਫ਼ਜ਼ ਤੁਸੀਂ ਇਸ ਉਮਰ 'ਚ ਵਰਤਦੇ ਹੋ। ਤੇ ਇਸ ਕਰਕੇ ਮੇਰਾ ਤੁਹਾਡੇ ਨਾਲ ਕੋਈ ਪਰਸਨਲ ਕੋਈ ਵੈਰ ਵਿਰੋਧ ਨਹੀਂ ਗਾ। ਪਰ ਜਦੋਂ ਤੁਸੀਂ ਗੱਲਾਂ ਦਾ ਜਵਾਬ ਨਾ ਦੇ ਕੇ ਭੱਜਦੇ ਦਿਖਦੇ ਹੋ, ਖਹਿੜਾ ਚੜਾਉਣੇ, ਕਿਉਂ ਨਾ ਪੁੱਛੇ ਜੀ। ਜਦੋਂ ਤੁਸੀਂ ਇਹ ਲੱਖਾਂ ਲੋਕ ਬੈਠਾਏ ਤੁਸੀਂ ਹੋਏ ਨੇ, ਇਹ ਮੀਟਿੰਗਾਂ ਤੁਸੀਂ ਹੈਡ ਕਰਦੇ ਰਹੇ ਹੋ, ਹਜੇ ਇਹ ਤਾਂ ਇੰਨਾ ਹੀ ਆ। ਮੈਂ ਹੋਰ ਇਦੋਂ ਬਾਅਦ ਜਿਹੜੇ ਪ੍ਰੂਫ ਨੇ ਵੀ ਕਿਹੜੇ ਪੰਜਾਬ ਦੇ ਆਫੀਸਰ ਨਾਲ ਕਿਹੜੇ ਕਮਰੇ 'ਚ, ਬੀਜੇਪੀ ਸੈਂਟਰ ਸਰਕਾਰ ਦੇ ਕਿਹੜੇ ਆਫੀਸਰ ਨਾਲ ਕਿਹੜੇ ਕਮਰੇ 'ਚ, ਤੇ ਕੀ ਉੱਥੇ ਗੱਲਾਂ ਹੋਈਆਂ ਏ, ਉਹ ਪਿਕਚਰਸ ਕਿਹੜੇ ਅਫਸਰ ਨਾਲ ਤੁਸੀਂ ਮਿਲ ਕੇ ਪੰਜਾਬ ਪੁਲਿਸ ਦੇ ਜਾਂ ਹੋਰ ਆਫੀਸਰਾਂ ਨਾਲ ਕੀ ਗੱਲਾਂ ਕਰਦੇ ਰਹੇ ਹੋ, ਕੀ ਰੂਪ ਰੇਖਾ ਬਣਾਉਂਦੇ ਰਹੇ ਹੋ, ਉਹ ਸਾਰੀਆਂ ਗੱਲਾਂ ਫਿਰ ਉਹ ਵੀ ਪੇਸ਼ ਕਰ ਦਿੰਦੇ। ਇਸ ਕਰਕੇ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਵੀ ਕੀ ਤੁਸੀਂ ਕਿਹੜੇ ਕਮਰੇ 'ਚ, ਕਿਹੜੇ ਆਫੀਸਰ ਨਾਲ ਤੁਹਾਡੀ ਮੀਟਿੰਗ ਹੋਈ ਪੰਜਾਬ ਦੇ ਨਾਲ, ਕਿਹੜੇ ਦਿੱਲੀ ਦੇ ਆਫੀਸਰ ਨਾਲ ਹੋਈ, ਕਿਹੜੇ ਪੋਲੀਟੀਕਲ ਬੰਦੇ ਨਾਲ ਹੋਈ। ਇਸ ਕਰਕੇ ਮੇਰਾ ਮਤਲਬ ਸਿਰਫ ਇੱਕ ਆ ਵੀ ਇੱਕ ਕੜੱਤਣ ਜਿਹੜੀ ਘਟਾਈਏ। ਇਹ ਕਟੱਤਣ 26 ਤੋਂ ਬਾਅਦ, ਕਿਉਂਕਿ ਹੁਣ ਘਟਾਉਣੀ ਪੈਣੀ ਆ, ਕਿਉਂਕਿ ਉਹ ਸੰਘਰਸ਼ ਜੇ ਉਸੇ ਤਰੀਕੇ ਨਾਲ ਜਿਉਂਦਾ ਰੱਖਣਾ, ਕਿਉਂਕਿ ਹਾਰ ਕੇ ਨਹੀਂ ਜਾ ਸਕਦੇ। ਹਾਰ ਕੇ ਚਲੇ ਗਏ ਤਾਂ ਹਮੇਸ਼ਾ ਲਈ ਕਿਸਾਨ ਜਿਹੜਾ ਉਹ ਦਬ ਕੇ ਰਹਿ ਜਾਊਗਾ। ਤੁਸੀਂ ਤਾਂ 15 ਦਿਨ 20 ਦਿਨ ਲਾ ਕੇ ਆਏ ਹੋ ਸਟੇਜ 'ਤੇ, ਬਾਹਰ ਗੇੜੇ ਗੂੜੇ ਕੱਢ ਕੇ। ਹੁਣ ਤੁਸੀਂ ਕਈ ਵੈਸਟ ਬੰਗਾਲ ਚਲੇ ਗਏ, ਉੱਥੇ ਵੀ ਤੁਸੀਂ ਪ੍ਰਚਾਰ ਇਲੈਕਸ਼ਨ ਦਾ ਹੀ ਕਰ ਰਹੇ ਹੋ ਨਾ, ਮਮਤਾ ਦੇ ਨਾਲ ਵੋਟਾਂ ਪਾਉਣ ਲਈ ਗੱਲ ਕਰ ਰਹੇ ਹੋ। ਅਸਾਮ ਦੇ ਵਿੱਚ ਤੁਸੀਂ ਕਾਂਗਰਸ ਨੂੰ ਵੋਟਾਂ ਪਾਉਣ ਦੀ ਗੱਲ ਕਰ ਰਹੇ ਹੋ, ਕਿਉਂਕਿ ਬੀਜੇਪੀ ਦੇ ਵਿਰੁੱਧ ਪਾਰਟੀ ਉਹੀ ਹੈ, ਚਾਹੇ ਨਾਂ ਨਹੀਂ ਲੈ ਰਹੇ। ਇਸ ਕਰਕੇ ਉੱਥੇ ਵੀ ਤਾਂ ਜਿਹੜੀਆਂ ਸਿਆਸੀ ਸਟੇਜਾਂ 'ਤੇ ਤੁਸੀਂ ਉਹ ਸੰਬੋਧਨ ਕਰ ਹੀ ਰਹੇ ਹੋ ਨਾ। ਤੇ 2-3 ਗੱਲਾਂ ਮੈਂ ਤੁਹਾਡੇ ਮੂਹਰੇ ਰੱਖੀਆਂ ਏ। ਇੱਕ ਵੀ ਮੈਂ ਬਿਲਕੁਲ ਵੀ, ਜੇ ਤੁਸੀਂ ਇਹ ਕਹੋ ਵੀ ਅਸੀਂ ਧਰਨੇ ਦੇ ਕੇ ਅਸੀਂ ਘਰਾਂ ਦੇ ਬਾਹਰ ਬਹਿ ਕੇ, ਉਹ ਅਸੀਂ ਵੀ ਬਰਾਬਰ ਬੈਠਾਂਗੇ। ਜੇ ਤੁਸੀਂ ਇਹ ਕਹੋ ਬਈ ਅਸੀਂ ਪਿੰਡਾਂ ਦੇ ਵਿੱਚ ਬਾਈਕਾਟ ਕਰਾਂਗੇ, ਉਹ ਅਸੀਂ ਵੀ ਕਰ ਸਕਦੇ ਹਾਂ ਬਾਈਕਾਟ। ਉਹ 'ਚ ਕੋਈ ਨਹੀਂ, ਪੰਜਾਬੀ ਲੜਾਉਣੇ ਆ, ਤੁਸੀਂ ਲੜਾ ਰਹੋ ਆਪਸ ਵਿੱਚ ਪੰਜਾਬੀ ਉਹ ਲੜਾਂਗੇ ਨਾ, ਫਿਰ ਕਿਸੇ ਦਾ ਤਾਂ ਕੋਈ ਫਾਇਦਾ ਨਹੀਂ ਹੋਊ। ਬਾਹਰ ਲਿਆਉਣ ਤਾਂ ਨਜ਼ਾਰਾ ਹੀ ਆਊਗਾ ਵੀ ਆਪਸ ਵਿੱਚ ਇਹ ਘੁਲਦੇ ਆ। ਇਸ ਕਰਕੇ ਮੈਂ ਉਹ ਗੱਲ ਕਰਨੀ ਨਹੀਂ ਚਾਹੁੰਦਾ। ਪਰ ਆਹ ਗੱਲਾਂ ਦਾ ਜਵਾਬ ਆ ਜਿਹੜਾ ਮੈਨੂੰ ਦੇ ਦਿਓ ਵੀ ਤੁਸੀਂ ਕਿਉਂ ਨੌਜਵਾਨ ਸ਼ਕਤੀ ਨੂੰ ਆਪਣੇ ਨਾਲ ਕਿਸੇ ਮੀਟਿੰਗ 'ਚ ਕਿਉਂ ਨਹੀਂ ਲੈ ਕੇ ਗਏ, ਕਿਉਂ ਤੁਸੀਂ ਉਹਨਾਂ ਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ। ਜਿਹੜਾ ਵੀ ਤੁਹਾਡੇ ਨਾਲ ਮਾੜਾ ਜਿਹਾ ਜਿਹਦੀ ਸੁਰ ਨਹੀਂ ਮਿਲਦੀ ਸੀ, ਚਾਹੇ ਉਹਦੇ ਮਗਰ ਲੱਖ ਬੰਦਾ ਬੈਠਾ ਏ, ਤੁਸੀਂ ਉਹਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ। ਉਹੀ ਹਾਲਾਤ ਨੇ ਨਾ ਫਿਰ ਬੀਜੇਪੀ ਤੁਹਾਡੇ 'ਚ ਅੰਤਰ ਕੀ ਰਹਿ ਗਿਆ? ਉਹ ਵੀ ਕਿਸ ਦੀ ਸੁਣਦੇ ਨਹੀਂ, ਤੇ ਤੁਸੀਂ ਵੀ ਜਿੱਦਣ ਦਿੱਲੀ ਦੀਆਂ ਉਰੇ ਖੱਡਾਂ 'ਚ ਆ ਕੇ ਬਹਿ ਗਏ ਹੋ, ਉਦੋਂ ਤੁਸੀਂ ਵੀ ਕਿਸ ਦੀ ਸੁਣੀ ਨਹੀਂ। ਤੇ ਇਹ 2-3 ਗੱਲਾਂ ਹੈ ਜਿਹੜੀਆਂ ਸਾਡੇ ਸਤਿਕਾਰਯੋਗ ਮਾਣਯੋਗ ਰਾਜੇਵਾਲ ਸਾਹਿਬ ਜੇ ਅੱਗੇ ਕੋਈ ਗੱਲ ਕਰਨਗੇ, ਉਹਦਾ ਜਵਾਬ ਫਿਰ ਅਗਲੇ ਪ੍ਰੈਸ ਕਾਨਫਰੰਸ ਦੇਵਾਂਗੇ। ਮੈਂ ਤਾਂ ਹਜੇ ਬਹੁਤ ਪਿਆਰ ਨਾਲ, ਉਹਨਾਂ ਸਤਿਕਾਰ ਨਾਲ ਇਹ ਗੱਲਾਂ ਤੁਹਾਡੇ ਮੂਹਰੇ ਰੱਖੀਆਂ, ਜਿਹੜੀਆਂ 3-4 ਉਹਨਾਂ ਨੇ ਰੱਖੀਆਂ। ਇਹਦਾ ਜਿਹੜਾ ਮੁੱਦਾ ਚੱਲ ਰਿਹਾ, ਇਹੀ ਤਾਂ ਸਾਰਾ ਰੌਲਾ ਹੈ ਜਿਹੜਾ ਆਪਾਂ ਇੰਨੇ ਦਿਨਾਂ ਦੇ ਆ ਬਿੱਲਾਂ ਦੇ ਪਿੱਛੇ ਬੈਠੇ ਹਾਂ। ਆਪਾਂ ਰੋਂਦੇ ਹਾਂ ਇਸੇ ਚੀਜ਼ ਨੂੰ ਵੀ ਸਾਨੂੰ ਮਾਰ ਦੇਣਾ। ਹੁਣ ਅੱਜ ਇੱਕ ਬਹੁਤ ਵੱਡੀ ਕਾਲ ਆੜ੍ਹਤੀਆਂ ਨੇ ਵੀ ਦੇਤੀ ਵੀ ਅਸੀਂ ਵੀ 1 ਅਪ੍ਰੈਲ ਤੋਂ ਅਸੀਂ ਵੀ ਜਿਹੜਾ ਕੰਮ ਛੱਡ ਕੇ ਧਰਨਿਆਂ 'ਤੇ ਆਵਾਂਗੇ। ਉਹ ਤੁਸੀਂ ਸਮਝੋ ਕਿਵੇਂ ਇਹ ਕਿਸਾਨ ਨੂੰ ਤੇ ਆੜ੍ਹਤੀਏ ਨੂੰ
ਤੇ ਨਾਲ ਮਜ਼ਦੂਰ ਨੂੰ ਮਾਰ ਕਿਵੇਂ ਰਹੇ ਆ। ਦੇਖੋ ਹੁਣ ਇਹ ਕਹਿੰਦੇ ਵੀ ਸਿੱਧੀ ਅਦਾਇਗੀ ਕਰਾਂਗੇ ਅਸੀਂ ਜਿਹੜਾ ਪੈਸਾ ਕਿਸਾਨ। ਪਹਿਲਾਂ ਇਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਕੀਤਾ। ਜਿਹੜਾ ਤਾਂ ਆਪਣੇ ਨੈਸ਼ਨਲਿਸਟ ਬੈਂਕ ਨੇ, ਜਿਹੜੇ ਸਰਕਾਰੀ ਬੈਂਕ ਜਿਹੜੇ ਹੁੰਦੇ ਆ, ਉਹ ਸਿਰਫ ਜ਼ਮੀਨ ਤੇ ਕਰੌਪ ਤੇ ਕਰਜ਼ਾ ਕਿੰਨਾ ਦਿੰਦੇ ਆ? 3 ਲੱਖ 2 ਲੱਖ, ਵੱਧ ਤੋਂ ਵੱਧ। ਕਿਸੇ ਵੀ ਕਿਸਾਨ ਨੂੰ ਉਹਨਾਂ ਨੇ ਕਦੇ ਕਰਜ਼ਾ ਇਦੋਂ ਵੱਧ ਨਹੀਂ ਦਿੱਤਾ ਸੀ, ਵੀ ਪਤਾ ਸੀ ਵੀ ਜਿੰਨੀ ਕੁ ਫਸਲ ਹੁੰਦੀ ਆ ਉਹਨਾਂ ਕਰਜ਼ਾ ਦਿਓ। ਇੱਕਦਮ ਜਦੋਂ ਪ੍ਰਾਈਵੇਟ ਬੈਂਕ ਆ ਗਏ, ਪ੍ਰਾਈਵੇਟ ਬੈਂਕ ਇਹਨਾਂ ਦੇ ਬੜੇ ਬੜੇ ਕਾਰਪੋਰੇਟ ਘਰਾਣਿਆਂ ਦੇ ਆ ਗਏ, ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਲੈਂਡ ਤੇ ਕਰਜ਼ਾ ਦੇਣਾ ਸ਼ੁਰੂ ਕਰਤਾ। ਕਿੰਨਾ? ਹੈਰਾਨ ਹੋ ਜਾਓਗੇ ਤੁਸੀਂ, 20 ਲੱਖ 30 ਲੱਖ 40 ਲੱਖ 50 ਲੱਖ ਕਰੋੜ ਰੁਪਈਆ। ਮੈਨੂੰ ਦੱਸੋ, ਇਨਕਮ ਤਾਂ ਮੇਰੀ ਹੈਗੀ ਆ 5 ਲੱਖ ਰੁਪਈਆ ਸਾਲ ਦੀ, ਤੇ ਮੈਂ ਕਰੋੜ ਰੁਪਈਆ ਕਰਜ਼ਾ ਕਿੱਥੋਂ ਮੋੜੂੰਗਾ ਕਿੱਲੇ ਦਾ? ਤੇ ਜਦੋਂ ਹੁਣ ਇਹ ਪਿਛਲੇ 15 ਸਾਲ ਤੋਂ ਰੂਪਰੇਖਾ ਸ਼ੁਰੂ ਹੋਈ, ਇਹ ਪਲੈਨਿੰਗ ਨਾਲ ਚੱਲ ਰਿਹਾ ਸਾਰਾ ਕੁਝ, ਤੇ ਹੁਣ ਇਹ ਸਰਕਾਰ ਉਹਨਾਂ ਦੀ ਮਦਦ ਤੇ ਉਤਰੇ ਆਈ। ਹੁਣ ਇਹ ਕੀ ਕਰਨਗੇ? ਪੈਸਾ ਸਿੱਧਾ ਕਿਸਾਨ ਦੇ ਖਾਤੇ 'ਚ ਜਾਊ। ਹਰੇਕ ਦਾ ਖਾਤਾ ਹੈ ਜਿਹੜਾ, ਇਹ ਤਾਂ ਤੁਸੀਂ ਜਾਣਦੇ ਹੋ ਵੀ ਅੱਜ ਆਧਾਰ ਕਾਰਡ ਨਾਲ ਲਿੰਕ ਆ, ਕਿਤੇ ਵੀ ਇੱਧਰ ਉੱਧਰ ਨਹੀਂ ਕੁਛ। ਜਿੱਦਣ ਜਿਹੜਾ ਬੈਂਕ ਦਾ ਜਿਹੜਾ ਕਰਜ਼ਾ ਖੜਾ ਹੈ, ਜਿੱਦਣ ਤੁਸੀਂ 50,000 ਰੁਪਈਆ ਕਿਸਾਨ ਦੇ ਖਾਤੇ 'ਚ ਫਸਲ ਦਾ ਪਾਓਗੇ, ਜਿਹੜਾ ਹੁਣ ਤੁਸੀਂ ਸੋਚ ਰਹੇ ਹੋ ਕਰਨ ਦਾ, ਉਦਣ ਹੀ ਉਹ ਆਧਾਰ ਕਾਰਡ ਨਾਲ ਲਿੰਕ ਆ, ਤੇ ਉਦਣ ਹੀ ਬੈਂਕ ਨੂੰ ਪਤਾ ਲੱਗ ਜੂ, ਉਦਣ ਹੀ ਉਹਦੀ ਵਿਚਾਰੇ ਦੀ ਪੇਮੈਂਟ ਉੱਥੇ ਰੋਕ ਦੂਗਾ ਵੀ ਪਹਿਲਾਂ ਮੇਰਾ ਕਰਜ਼ਾ ਇਹ ਮੋੜੋ, ਇਹ ਬੈਂਕ ਦੇ ਪੈਸੇ ਜਿਹੜੇ ਇਹਦੇ ਫਸਲ ਦੇ ਪੈਸੇ ਆ ਮੈਂ ਨਹੀਂ ਕੱਢਣ ਦਿੰਦਾ। ਤੇ ਕਿਸਾਨ ਕੀ ਕਰੂਗਾ? ਕਿਸਾਨ ਕੀ ਕਰੂਗਾ? ਇਸੇ ਤਰੀਕੇ ਨਾਲ ਤਕਰੀਬਨ ਜਿਹੜੇ ਕਿ ਕਿਸਾਨਾਂ ਦੀ ਜ਼ਰੂਰਤ ਮੁਤਾਬਕ 25,000 ਕਰੋੜ ਆ ਜਿਹੜਾ ਕਰਜ਼ਾ ਏ, ਉਹ ਪਿਛਲੇ ਦਿਨਾਂ 'ਚ ਆੜ੍ਹਤੀਆਂ ਨੇ ਦਿੱਤਾ ਹੋਇਆ। ਇਸੇ ਤਰੀਕੇ ਨਾਲ 70,000 ਕਰੋੜ ਰੁਪਈਆ ਤਕਰੀਬਨ ਕਰਜ਼ਾ ਹੈ ਜਿਹੜਾ ਬੈਂਕਾਂ ਤੋਂ ਕਿਸਾਨਾਂ ਨੇ ਲਿਆ ਹੋਇਆ। ਮੈਨੂੰ ਇਹ ਤਾਂ ਸਮਝਾਓ, ਆੜ੍ਹਤੀਆ ਜਿਹੜਾ ਏ ਉਹਨੂੰ ਤਾਂ ਪਤਾ ਏ, ਉਹਦੀ ਕੋਈ ਲਿਖਾ ਪੜ੍ਹੀ ਨਹੀਂ ਗੀ, ਬੈਂਕਾਂ ਦੀ ਲਿਖਾ ਪੜ੍ਹੀ ਆ। ਜਾਂ ਉਹਦੀ ਜ਼ਮੀਨ ਜਾਊਗੀ ਸਾਰੀ, ਜਦੋਂ ਪੈਸਾ ਨਹੀਂ ਦੇ ਹੋਊਗਾ। ਆ ਜਿਹੜਾ ਇੰਨਾ ਕਰੋੜ ਰੁਪਈਆ, ਉਹ ਜ਼ਮੀਨ ਆ ਜਿਹੜੀ ਅਖੀਰ ਜਿਹੜੇ ਬੈਂਕ ਨੇ ਉਹ ਆਪਣੇ ਨਾਂ ਲਵਾ ਲੈਣਗੇ ਕਿਸਾਨ ਦੀ। ਆੜ੍ਹਤੀਏ ਦੇ ਕੋਲ ਤਾਂ ਕੋਈ ਲਿਖਾ ਪੜ੍ਹੀ ਨਹੀਂ ਗੀ। ਆੜ੍ਹਤੀਆ ਕੀ ਕਰਦਾ ਹੈ? ਜਦੋਂ ਉਹਦੇ ਕੋਲ ਪੈਸਾ ਜਾਂਦਾ, ਉਹ ਭਾਈ ਪਹਿਲਾਂ ਕੀ ਕਰਦਾ ਜੀ, ਜਿਹੜਾ ਇਹਦੇ ਵਿੱਚ ਖੋਰ ਨਹੀਂ ਗੀ, ਜਦੋਂ ਵੀ ਫਸਲ ਜਾਣੀ ਆ, ਆੜ੍ਹਤੀਏ ਨਹੀਂ ਉਹ ਮਹੀਨੇ ਲਈ ਰਹੇ, 15 ਦਿਨ ਲਈ, 10 ਦਿਨ ਲਈ ਰਹੇ, ਜਿੰਨਾ ਚਿਰ ਉਹਦਾ ਰੇਟ ਨਹੀਂ ਲੱਗਦਾ। ਉਦੋਂ ਬਾਅਦ ਵੀ ਜਿੰਨਾ ਚਿਰ ਉਹਨੂੰ ਸਾਫ਼ ਕਰਨ ਵਾਲੇ ਪੈਸੇ ਵੀ ਉਹਨੇ ਦੇਣੇ ਆ, ਲਿਫਟਿੰਗ ਦੇ ਪੈਸੇ ਵੀ ਦੇਣੇ ਆ ਉਹਨੇ, ਭਰਾਈ ਦੇ ਵੀ ਪੈਸੇ ਦੇਣੇ ਆ ਉਹਨੇ, ਉਹ ਸਾਰਾ ਜਿੰਨਾ ਚਿਰ ਚੱਕੀ ਨਹੀਂ ਜਾਂਦੀ, ਉਹ ਪੈਸਾ ਜਿਹੜਾ ਹੈ ਉਹ ਆੜ੍ਹਤੀਆ ਦਿੰਦਾ ਰਹਿੰਦਾ ਹੈ। ਤੇ ਉਹ ਜਦੋਂ ਹੁਣ ਇਹ ਪਤਾ ਲੱਗ ਜਾਊਗਾ ਵੀ ਭਾਈ ਪੈਸਾ ਤਾਂ ਸਿੱਧਾ ਜ਼ਿਮੀਦਾਰ ਦੇ ਖਾਤੇ 'ਚ ਜਾਣਾ ਹੈ, ਤੇ ਫਿਰ ਆੜ੍ਹਤੀਆ ਕਿਉਂ ਜ਼ਿੰਮੇਵਾਰੀ ਲਊਗਾ ਵੀ ਫਸਲ ਮੀਂਹ ਪਏ, ਕਣੀ ਪਏ, ਕੁਛ ਹੋਵੇ, ਪਈ ਕੋਈ ਚੋਰੀ ਕਰੀ ਜਾਵੇ, ਉਹਦੀ ਕੀ ਜ਼ਿੰਮੇਵਾਰੀ ਰਹਿ ਗਈ? ਦੂਜੀ ਇੱਕ ਹੋਰ ਸਭ ਤੋਂ ਵੱਡੀ ਗੱਲ, ਪੰਜਾਬ ਦੇ ਵਿੱਚ 10% ਤੋਂ ਉੱਤੇ NRI ਨੇ, ਜਾਂ ਜਿਹੜੇ ਲੋਕ ਚੰਡੀਗੜ੍ਹ ਰਹਿੰਦੇ ਆ ਜਾਂ ਦਿੱਲੀ ਰਹਿੰਦੇ ਆ, ਉਹ ਲੋਕਾਂ ਨੇ ਜ਼ਮੀਨ ਆ ਜਿਹੜੀ ਆਪਣੀ, ਜਿਹੜੇ ਮਾਲਕ ਨੇ ਅਸਲੀ, ਸਮਝੋ ਇਸ ਗੱਲ ਨੂੰ, ਉਹ ਲੋਕਾਂ ਨੇ ਜ਼ਮੀਨ ਆਪਣੀ ਠੇਕੇ ਤੇ ਦਿੱਤੀ ਹੋਈ ਹੈ। ਜਿਹੜੇ ਲੋਕ NRI, ਕਿਉਂਕਿ ਪੰਜਾਬ ਤਾਂ ਸਾਰਾ NRIਆਂ ਨਾਲ ਭਰਿਆ ਪਿਆ ਏ, ਤੇ ਚੰਡੀਗੜ੍ਹ ਰਹਿੰਦੇ ਆ, ਦਿੱਲੀ ਰਹਿੰਦੇ ਆ, ਹੋਰ, ਉਹ ਜ਼ਮੀਨ ਜਿਹੜੇ ਜਿਹਨੂੰ ਠੇਕੇ ਤੇ ਦੇਤੀ, ਸੁਣ ਲਿਓ, ਮੈਂ ਮਾਲਕ ਆ ਜਿਵੇਂ ਜ਼ਮੀਨ ਦਾ, ਮੈਂ ਠੇਕੇ ਤੇ ਦਿੱਤੀ ਹੈ ਆਪਣੇ ਪਿੰਡ ਦੀ ਜ਼ਮੀਨ, ਮੈਂ ਤਾਂ ਜਿਹੜਾ ਠੇਕਾ ਹੈ ਉਹ ਪਹਿਲਾਂ ਹੀ ਲੈ ਲੈਣਾ ਹੈ। ਜਦੋਂ ਮੈਂ ਜ਼ਮੀਨ ਦੇਣੀ ਆ, ਉਦੋਂ ਮੈਂ ਠੇਕਾ ਆਪਣਾ ਜ਼ਮੀਨ ਦਾ ਲੈ ਕੇ ਚਲਿਆ ਗਿਆ ਮੈਂ ਤਾਂ ਆਪਣਾ। ਤੇ ਹੁਣ ਕੀ ਹੋਊਗਾ? ਜਿਹੜਾ ਪੈਸਾ ਆਊਗਾ ਜ਼ਮੀਨ ਫਸਲ ਦਾ, ਉਹ ਪੈਸਾ ਆਉਣਾ ਹੈ ਮਾਲਕ ਦੇ ਨਾਂ ਤੇ, ਉਹ ਵੀ ਮੇਰੇ ਨਾਂ ਤੇ ਆਊਗਾ। ਫਿਰ ਮੈਂ ਦੇਖੂੰਗਾ ਵੀ ਮੈਂ ਪੈਸਾ ਠੇਕੇਦਾਰ ਨੂੰ ਦੇਣਾ ਜਾਂ ਨਹੀਂ ਦੇਣਾ। ਇਹ ਵੱਡਾ ਕਲੈਸ਼, ਆੜ੍ਹਤੀਆਂ ਵਾਲਾ ਵੱਡਾ ਕਲੈਸ਼ ਆ ਗਿਆ। ਜਦੋਂ ਆੜ੍ਹਤੀਏ, ਜਦੋਂ ਲੋੜ ਪੈਂਦੀ ਆ ਸਾਨੂੰ, ਅਸੀਂ ਰੋਜ਼ ਤੋਂ ਕਦੇ 25,000 ਕਦੇ 50,000 ਆਪਣੇ ਕਿਸੇ ਦੁੱਖ ਸੁੱਖ 'ਚ, ਕਦੇ ਵਿਆਹ ਸ਼ਾਦੀ 'ਚ, ਕਦੇ ਬੱਚੇ ਦੀ ਐਡਮਿਸ਼ਨ ਲਈ ਜਾਂ ਬੱਚਾ ਬਾਹਰ ਭੇਜਣਾ ਪੜ੍ਹਾਈ ਲਈ, ਉਹ ਪੈਸੇ ਤਾਂ ਅਸੀਂ ਆੜ੍ਹਤੀਏ ਤੋਂ ਫੜਨੇ ਆ। ਤੇ ਜਦੋਂ ਉਹਨੂੰ ਪਤਾ ਲੱਗ ਜੂਗਾ ਵੀ ਮੈਨੂੰ ਪੈਸਾ ਬੈਂਕ 'ਚ ਮੇਰੇ ਤਾਂ ਖਾਤੇ 'ਚ ਆਉਣਾ ਹੀ ਨਹੀਂ, ਸਿੱਧਾ ਕਿਸਾਨ ਦੇ ਜਾਣਾ, ਤੇ ਉਹ ਕਿੱਥੋਂ ਪੈਸਾ ਦਊਗਾ? ਬੈਂਕਾਂ 'ਚ, ਜੇ ਬੈਂਕਾਂ ਵਾਲਿਆਂ 'ਚ ਪਹਿਲਾਂ ਅਸੀਂ ਕਰਜ਼ਈ ਹੋਏ ਪਏ ਆ, ਬੈਂਕਾਂ ਵਾਲੇ ਉਦੋਂ ਹੀ ਸਾਡੇ ਰੋਕ ਲਾ ਦੇਣਗੇ ਪੈਸੇ ਦੀ, ਉਹ ਵੀ ਗਿਆ, ਆੜ੍ਹਤੀਆ ਵੀ ਨਹੀਂ ਦਊ। ਤੇ ਸਾਡਾ ਤਾਂ ਇਹ ਪਾੜਾ ਤੁਸੀਂ ਐਂ ਪਾ ਕੇ ਸਾਨੂੰ ਖੰਡਾ ਕੇ ਰੱਖ ਦੋਗੇ, ਸਾਡਾ ਤਾਂ ਪੰਜਾਬ ਤੁਸੀਂ ਬਰਬਾਦ ਕਰਕੇ ਰੱਖ ਦੋਗੇ। ਇਸ ਕਰਕੇ ਇਹ ਇਹੋ ਜਿਹੀਆਂ ਭਿਆਨਕ ਗੱਲਾਂ ਜਿਹੜੀਆਂ ਸੋਚ ਸਮਝੀ ਨਾਲ ਸਾਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਇੱਕ ਮੈਂ ਸਾਡੀ ਸੂਬਾ ਸਰਕਾਰ ਨੂੰ ਕਹਿ ਦਿੰਦਾ, APMC ਐਕਟ ਸਿੱਧਾ ਇਹ ਸੂਬਾ ਸਰਕਾਰ ਆ, ਸੂਬਾ ਸਰਕਾਰ ਦੇ ਅਧੀਨ ਆ ਕੇ ਨਹੀਂ ਮੰਨਦੇ, ਆਪਾਂ ਕਹਿ ਕੇ ਦੇਖ ਲਿਆ। ਸਰਦਾਰ ਮਨਪ੍ਰੀਤ ਸਿੰਘ ਬਾਦਲ, ਆਸ਼ੂ ਜੀ, ਫੂਡ ਸਪਲਾਈ ਮਹਿਕਮਾ, ਮੁੱਖ ਮੰਤਰੀ ਸਾਹਿਬ, ਜੇ ਨਹੀਂ ਮੰਨਦੇ ਫਿਰ ਹੋਰ ਕਰੀਏ ਕੀ?
ਆ ਕੇ ਬਹਿ ਜਾਓ ਉਰੇ, ਅਸੀਂ ਬੈਠੇ ਹਾਂ, ਤੁਸੀਂ ਆ ਕੇ ਬਹਿ ਜਾਓ ਆ ਮੰਤਰੀ ਦੇ ਘਰੇ। ਆਪਾਂ ਲੜਾਈ ਨਹੀਂ ਲੜਨੀ, ਆਪਾਂ ਪੰਜਾਬ ਪਿੱਛੇ ਪਹਿਲਾਂ ਕੈਬਨਿਟ ਮੰਤਰੀ ਆ ਜਿਹੜੇ ਉਹ ਆ ਕੇ ਬਹਿਣ ਉਰੇ, ਐਸੀ ਤੈਸੀ ਦਿੱਲੀ ਵਾਲਿਆਂ ਦੀ। ਜੇ ਨਹੀਂ ਮੰਨਦੇ ਆਪਾਂ ਹੱਥ ਖੜੇ ਨਹੀਂ ਕਰਨੇ ਬਿਲਕੁਲ। ਆਪਾਂ ਆਪਣੇ ਕਿਸਾਨ ਨੂੰ ਕਿਵੇਂ ਮਾਰ ਲਈਏ, ਕਿਵੇਂ ਆੜਤੀਏ ਨੂੰ ਮਾਰ ਲਈਏ। ਉਹਦੇ ਥੱਲੇ 8 ਲੱਖ ਮਜ਼ਦੂਰ ਆ ਜਿਹੜਾ ਕੰਮ ਕਰਦਾ ਮੰਡੀਆਂ 'ਚ, 1 ਲੱਖ ਉਹਦੇ ਨਾਲ ਮਨੀਮ ਆ ਜਿਹਨੂੰ 20 ਤੋਂ 50 ਹਜ਼ਾਰ ਰੁਪਇਆ ਤਨਖਾਹ ਦਿੰਦਾ ਏ ਆੜਤੀਆ। 1 ਲੱਖ ਮਜ਼ਦੂਰ ਨਾ 8 ਲੱਖ ਮਜ਼ਦੂਰ, 1 ਲੱਖ ਮਨੀਮ ਜਿਹਨੂੰ ਆਪਾਂ ਅੰਗਰੇਜ਼ੀ 'ਚ ਅਕਾਊਂਟੈਂਟ ਕਹਿ ਦਿੰਦੇ ਆ, ਉਹਦੇ ਨਾਲ 40,000 ਤੋਂ ਉੱਤੇ ਆੜਤੀਆ। ਜੇ ਉਹਦਾ ਬੇਟਾ ਸਾਰੇ ਪਰਿਵਾਰ ਮਿਲਾ ਕੇ 1 ਲੱਖ ਤੋਂ ਉੱਤੇ ਉਹ ਜਿਹੜਾ ਆੜਤੀਆ ਮਰ ਜਾਂਦਾ ਬਣ ਜਾਂਦਾ ਏ। ਇਹ ਸਾਰੇ ਮਰ ਜਾਣਗੇ, ਕਿਸਾਨ, ਆੜਤੀਆ, ਮਜ਼ਦੂਰ, ਅਕਾਊਂਟੈਂਟ। ਇਹਨਾਂ ਨੂੰ ਬਚਾਉਣ ਲਈ ਸੈਸ਼ਨ ਚੱਲ ਰਿਹਾ, 8 ਤਰੀਕ ਨੂੰ ਆ ਰਿਹਾ। ਸਾਰੇ MP, ਸਾਰੇ ਮੰਤਰੀ ਇਕੱਠੇ ਹੋ ਕੇ ਬਹਿ ਜਾਓ ਰੇ ਵੀ ਆ ਗਏ ਭਾਈ, ਬੈਠੇ ਆ ਤੇਰੇ ਦਰ ਦੇ ਮੂਹਰੇ। ਜੇ ਨਹੀਂ ਭੇਜਦਾ, ਨਹੀਂ ਕੁਛ ਕਰਦਾ, ਇੱਕ ਵਾਰ ਦੇਖ ਲਓ ਮੀਟਿੰਗ ਕਰਕੇ, ਸਮਝਾ ਕੇ। ਨਹੀਂ ਫਿਰ ਹੋਰ ਕੋਈ ਤਰੀਕਾ ਨਹੀਂ ਰਹਿ ਜਾਂਦਾ। ਆਪਾਂ ਲੋਕਾਂ ਨੂੰ ਕਿੰਨਾ ਚਿਰ ਬਿਠਾ ਕੇ ਰੱਖ ਲਾਂਗੇ, ਲੋਕਾਂ ਨੂੰ ਬਾਰਡਰਾਂ ਤੇ ਕਿੰਨਾ ਚਿਰ ਉਹ ਬੈਠੇ ਰਹਿਣਗੇ ਇਹਨਾਂ ਗਰਮੀਆਂ 'ਚ। ਕਿੰਨੇ ਲੋਕ ਹੋਰ 125 ਕੱਲ ਸਾਡੇ ਮੁੱਖ ਮੰਤਰੀ ਸਾਹਿਬ ਔਨ ਰਿਕਾਰਡ ਵਿਧਾਨ ਸਭਾ 'ਚ ਪੇਸ਼ ਕਰ ਰਹੇ ਸੀ ਵੀ 125 ਲੋਕ ਆ ਜਿਹੜੇ ਉਹ ਸ਼ਹੀਦ ਹੋ ਚੁੱਕੇ ਆ। ਤੇ ਆਹ ਪਾਰਟੀਆਂ ਦੀ ਗੱਲ ਤਾਂ ਛੱਡੋ, ਬਾਦਲ ਸਾਹਿਬ ਨੇ ਦੀ ਚਿੱਠੀ ਦਿਖਾਤੀ ਸੁਖਬੀਰ ਸਿੰਘ ਬਾਦਲ ਦੀ ਵੀ ਆ ਮੇਰੇ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਆ ਵੀ ਆਹ ਦੇਖੋ ਜੀ ਇਹ ਬਿੱਲ ਇੰਨੇ ਚੰਗੇ ਆ, ਤੁਸੀਂ ਇਹਨਾਂ ਦੇ ਉਲਟ ਕਿਉਂ ਇਹਨਾਂ ਨੂੰ ਲਾਗੂ ਕਰੋ। ਤੇ ਕੇਜਰੀਵਾਲ ਜਿਹਦੀ ਇਹ ਮਦਦ ਕਰਦੇ ਆ, ਜਿਹੜੀ ਪਾਰਟੀ 'ਚ ਆ ਜਿਹੜੇ ਸਾਡੇ ਰਾਜੇਵਾਲ ਸਾਹਿਬ ਜਿਹੜੀ ਪਾਰਟੀ ਨੂੰ 17 'ਚ ਮਦਦ ਕੀਤੀ ਆ, ਉਹਨੇ ਬਿੱਲ ਆ ਜਿਹੜਾ ਮੰਡੀਆਂ ਤੋਂ ਬਾਹਰ ਵੀ ਆਪਾਂ ਵੇਚ ਸਕਦੇ ਆ ਫਰੂਟ ਫਸਲ, ਉਹ ਮੰਡੀਆਂ ਵਾਲੀ ਬਿੱਲ ਵਾਲਾ ਉਹ ਲਾਗੂ ਕਰਤਾ ਆਪਣੇ ਆਮ ਆਦਮੀ ਪਾਰਟੀ ਨੇ ਦਿੱਲੀ 'ਚ। ਉਹਦੀ ਮਦਦ ਲੈਂਦੇ ਆ ਇਹ ਯੋਗਿੰਦਰ ਯਾਦਵ, ਇਹ ਸਭ ਉਹ ਪਾਰਟੀ 'ਚੋਂ ਆਏ ਆ ਜਿਨ੍ਹਾਂ ਦੀ ਰਸੋਈ ਚੱਲਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਿੰਘੂ ਬਾਰਡਰ। ਇਸ ਕਰਕੇ ਇਹ ਗੱਲਾਂ ਬਹੁਤ ਗੰਭੀਰ ਨੇ। ਇਹਨੂੰ ਆਪ ਜ਼ਿੰਮੇਵਾਰੀ ਲੈ ਕੇ ਪੰਜਾਬ ਸਰਕਾਰ, ਅਸੀਂ ਪਾਰਟੀ ਤਾਕਤ 'ਚ, ਸਾਡੀ ਜ਼ਿੰਮੇਵਾਰੀ ਸਭ ਤੋਂ ਵੱਧ ਬਣਦੀ ਆ। ਤੇ ਚਾਹੇ ਦਿੱਲੀ ਕਿਵੇਂ ਆ ਕੇ ਇਹ ਮੰਤਰੀਆਂ ਦੇ ਘਰ ਦੇ ਬਾਹਰ ਨਾ ਬਹਿਣਾ ਪਵੇ, ਨਾ ਦਫ਼ਤਰਾਂ ਦੇ ਕੋਠੀਆਂ ਦੇ ਬਾਹਰ ਨਾ ਬਹਿਣਾ ਪਵੇ, ਆਉਣਾ ਪਊਗਾ। ਆਪਾਂ ਜਿਹੜੇ ਬਈ ਵੱਡੇ ਵੱਡੇ ਅਹੁਦਿਆਂ ਤੇ ਆ, ਸਾਡੇ ਮੰਤਰੀ ਨੇ, ਮੈਂ ਸਮਝਦਾ ਉਹਨਾਂ ਨੂੰ ਪਹਿਲਾਂ ਮੁੱਖ ਮੰਤਰੀ ਸਾਹਿਬ ਹੁਕਮ ਦੇਣਗੇ ਜਦੋਂ ਦੇਣਗੇ, ਪਰ ਮੰਤਰੀ ਜਿਹੜੇ ਉਹ ਪਹਿਲਾਂ ਆ ਕੇ ਆਪਣੀਆਂ ਜਿਹੜੀਆਂ ਉਹ ਵੱਡੀਆਂ ਪੋਸਟਾਂ ਹੈ, ਜਿੱਦਣ ਵੀ ਸੈਸ਼ਨ ਖਤਮ ਹੁੰਦਾ ਮੁੱਖ ਮੰਤਰੀ ਸਾਹਿਬ ਦੇ ਹੁਕਮ ਤੇ ਸਾਨੂੰ ਹੁਕਮ ਕਰਨ, ਅਸੀਂ ਜਾ ਕੇ ਇਹਨਾਂ ਦੀਆਂ ਕੋਠੀਆਂ ਦੇ ਬਾਹਰ ਬਹਿਨੇ ਆ, ਗੇਟਾਂ ਦੇ ਬਾਹਰ ਬਹਿਨੇ ਆ। ਇਹ ਕੰਮ ਨਹੀਂ ਚੱਲਣਾ ਨਹੀਂਗਾ। ਅਸੀਂ ਪੰਜਾਬ ਨੂੰ ਇੱਕੋ ਸਾਡੇ ਕੋਲ ਚੀਜ਼ ਆ, ਨਾ ਸਾਡੇ ਕੋਲ ਇੰਡਸਟਰੀ ਆ, ਨਾ ਸਾਡੇ ਕੋਲ ਕੋਈ ਪੋਰਟ ਨੇ। ਸਾਡੇ ਕੋਲ ਤਾਂ ਅਸੀਂ ਬਾਰਡਰ ਤੇ ਬੈਠੇ ਇੱਕ ਫਸਲਾਂ ਹੀ ਆ, ਕਿਸਾਨ ਹੀ ਆ। ਜੇ ਉਹਨੂੰ ਮਾਰ ਲਿਆ ਸਾਡੇ ਪੱਲੇ ਕੀ ਰਹਿ ਜਾਊਗਾ। ਆ ਕੈਗ ਦੀ ਰਿਪੋਰਟ ਆਈ ਆ ਹੁਣ, ਕਿੰਨੇ 4 ਲੱਖ ਕਰੋੜ ਤੱਕ ਕਰਜ਼ੇ ਤੇ ਪਹੁੰਚ ਚੱਲੇ ਆ। ਆਪਾਂ ਕਿੱਧਰ ਜਾਵਾਂਗੇ? ਇਸ ਕਰਕੇ ਇਹ ਕੰਮ ਕਰਨਾ ਪੈਣਾ। ਸਾਰੇ ਮੰਤਰੀ, ਸਾਰੇ MLA ਕਾਂਗਰਸ ਪਾਰਟੀ ਦੇ ਇਕੱਠੇ ਹੋ ਕੇ ਮੰਤਰੀਆਂ ਦੇ ਘਰਾਂ ਦੇ ਬਾਹਰ ਆ ਜਾਓ, ਕਿਸਾਨ ਨੂੰ ਬਚਾ ਲਓ, ਪੰਜਾਬ ਨੂੰ ਬਚਾ ਲਓ।